ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਉੱਥੇ ਨਿਸ਼ਾਨ ਸਾਹਿਬ ਲਾ ਲੈਣਾ ਸਾਡੇ ਵਿਰੋਧੀਆਂ ਨੂੰ ਖਾਲਿਸਤਾਨੀ ਕਹਿਣ ਦਾ ਆਧਾਰ ਬਣਦਾ ਹੈ। ਮੋਰਚੇ ਦੇ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਉਹ ਪ੍ਰਤੀਕ ਹੈ ਇਸ ਗੱਲ ਦਾ ਵੀ ਹੇ ਭਾਜਪਾ ਵਾਲਿਓ, ਜੇਕਰ ਤੁਹਾਨੂੰ ਵੀ ਲੰਗਰ ਦੀ ਲੋੜ ਹੈ, ਬੇਸ਼ੱਕ ਤੁਸੀਂ ਸਾਡੇ ਦੁਸ਼ਮਣ ਹੋ, ਤੁਸੀਂ ਇੱਥੇ ਆ ਸਕਦੇ ਹੋ। ਪਰ ਇਸ ਸੰਦਰਭ ਦੇ ਵਿੱਚ ਸੈਣੀ ਸਾਹਿਬ ਇਹ ਗੱਲ ਜਾ ਰਹੀ ਹੈ ਵੀ ਰਾਜੇਵਾਲ ਸਾਹਿਬ ਜਿਵੇਂ ਕੇਂਦਰ ਸਰਕਾਰ ਨੂੰ ਦੱਸ ਰਹੇ ਹੁੰਦੇ ਆ ਬਈ ਇੱਕ ਸਾਡੇ ਇੱਥੇ ਜੀ ਨਿਸ਼ਾਨ ਸਾਹਿਬ ਲੱਗੇ ਹੋਏ ਆ, ਜੇ ਤੁਸੀਂ ਇੱਕ ਸਾਡੀ ਕਮਜ਼ੋਰੀ ਜਾਂ ਕਿਸੇ ਚੀਜ਼ ਨੂੰ ਮੁੱਦਾ ਬਣਾਉਣਾ ਹੋਇਆ ਤਾਂ ਨਿਸ਼ਾਨ ਸਾਹਿਬਾਂ ਨੂੰ ਬਣਾ ਸਕਦੇ ਹੋ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਨਿਸ਼ਾਨ ਸਾਹਿਬ ਜ਼ਰੂਰੀ ਹੁੰਦੇ। ਮੈਨੂੰ ਇਹ ਦੱਸੋ, ਫੌਜੀਆਂ ਦੀ ਗੱਡੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਸਿੱਖ ਰੈਜੀਮੈਂਟ ਜਦੋਂ ਬਾਕੀਆਂ ਦੇ ਗੋਡਣੀਆਂ ਲੱਗ ਜਾਂਦੀਆਂ ਨਾ ਫੌਜਾਂ ਦੀਆਂ, ਫਿਰ ਸਿੱਖ ਰੈਜੀਮੈਂਟ ਨੂੰ ਬੁਲਾਇਆ ਜਾਂਦਾ, ਫਿਰ ਧੂੜਾਂ ਪੁੱਟਦੇ ਗੁਰੂ ਦੇ ਸਿੰਘ ਨਿਸ਼ਾਨ ਸਾਹਿਬ ਚਲਾਉਂਦੇ ਜਾਂਦੇ ਨੇ, ਜੈਕਾਰੇ ਝੂਲਦੇ ਜੈਕਾਰੇ ਗਜਾਉਂਦੇ ਜਾਂਦੇ ਨੇ। ਫਿਰ ਰਸਤੇ ਦੇ ਵਿੱਚ ਇਹ ਆਰਮੀ ਕੀ ਇਹ ਉਦੋਂ ਫਿਰ ਪੰਜਾਬ ਨੂੰ ਬਚਾਉਣ ਦੇ ਲਈ ਜਾਂਦੇ ਨੇ। ਚੀਨ ਦੇ ਨਾਲ ਲੜਾਈ ਹੁੰਦੀ ਹੈ ਜਾਂ ਹੋਰ ਬਾਰਡਰ ਤੇ ਵੀ ਕਿਸੇ ਤੇ ਲੜਾਈ ਹੁੰਦੀ ਹੈ ਤਾਂ ਸਿੱਖ ਰੈਜੀਮੈਂਟ ਮੂਹਰੇ ਹੁੰਦੀ ਹੈ, ਉੱਥੇ ਪੰਜਾਬ ਬਚਾਉਣ ਤਾਂ ਕੇਸਰੀ ਨਿਸ਼ਾਨ ਸਾਹਿਬ ਤਾਂ ਨਹੀਂ ਝੂਲਦੇ। ਦੇਸ਼ ਦੀ ਰਾਖੀ ਦੇ ਲਈ ਜਾਂਦੇ ਨੇ, ਉੱਥੇ ਨਿਸ਼ਾਨ ਸਾਹਿਬ ਝੂਲਦੇ ਨੇ। ਜਦੋਂ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾਇਆ ਸੀ, ਬਾਬਾ ਬਘੇਲ ਸਿੰਘ ਜੀ ਨੇ ਕਿਹਾ ਸੀ ਦਿੱਲੀਏ ਰਾਜ ਨਹੀਂ ਸੀ ਕਰਨਾ, ਤੇਰੀ ਅੜ ਭੰਨਣੀ ਸੀ। ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ, ਇਹ ਨਿਸ਼ਾਨ ਸਾਹਿਬ ਰਾਜ ਕਰਨ ਨੂੰ ਨਹੀਂ ਝੂਲ ਰਹੇ, ਦਿੱਲੀ ਦੀ ਅੜ ਭੰਨਣ ਨੂੰ ਝੂਲ ਰਹੇ ਨੇ। ਸਾਰੇ ਲੋਕ ਮਾਣ ਕਰ ਰਹੇ। ਨਿਹੰਗ ਸਿੰਘ ਜਿਹੜੇ ਸਭ ਤੋਂ ਅੱਗੇ ਬੈਠੇ ਆ, ਉਹਨਾਂ ਦਾ ਆਪਾਂ ਤੁਸੀਂ ਇੰਟਰਵਿਊ ਵੀ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਅਸੀਂ ਕੋਈ ਲੜਾਈ ਕਰਨੀ ਆਏ ਇੱਥੇ, ਅਸੀਂ ਵਿਚਕਾਰ ਇਸ ਕਰਕੇ ਬੈਠੇ ਆ ਵੀ ਜੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਜੇ ਸ਼ਰਾਰਤੀ ਕੋਈ ਹੁੱਲੜਬਾਜ਼ ਇਸ ਤਰਫ ਕੋਈ ਗਲਤ ਕੰਮ ਕਰੂਗਾ ਤਾਂ ਅਸੀਂ ਉਹਨਾਂ ਨੂੰ ਵੀ ਰੋਕਾਂਗੇ, ਜੇ ਉਧਰੋਂ ਕੋਈ ਜਿਹੜਾ ਹੈਗਾ ਪੁਲਿਸ ਵੱਲੋਂ ਕੋਈ ਗਲਤ ਕਾਰਵਾਈ ਕੀਤੀ ਤਾਂ ਅਸੀਂ ਉਹਨਾਂ ਨੂੰ ਵੀ ਰੋਕਾਂਗੇ। ਇਸ ਕਰਕੇ ਅਸੀਂ ਵਿਚਕਾਰ ਬੈਠੇ ਹਾਂ। ਫਿਰ ਰਾਜੇਵਾਲ ਸਾਹਿਬ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਇਹ ਪਿੱਛੇ ਹਟ ਜਾਣਾ ਚਾਹੀਦਾ, ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਤੁਸੀਂ? ਜੋ ਧਰਮ ਦੀ ਗੱਲ ਹੈ, ਧਰਮ ਦੀ ਗੱਲ ਨਹੀਂ ਹੈਗੀ ਇੱਥੇ, ਗੱਲ ਹੈ ਸੱਚ ਝੂਠ ਦੀ। ਸੱਚ ਝੂਠ ਦਾ ਜੋ ਫੈਸਲਾ ਉਹ ਹੁਣ ਕਿਸਾਨ ਬੰਦੇ ਜਥੇਬੰਦੀਆਂ ਨੇ ਉਹਨਾਂ ਨੇ ਵੇਖਣਾ ਆਪਣਾ। ਸਾਡਾ ਜਿਹੜਾ ਲੱਗਿਆ ਹੋਇਆ, ਅਸੀਂ ਇਸ ਕਰਕੇ ਸਾਡੇ ਉਰੇ ਘੋੜੇ ਲੱਗੇ ਹੋਏ ਆ, ਅਸੀਂ ਇਹਨਾਂ ਨੂੰ ਵੀ ਸ਼ਾਂਤ ਰੱਖਾਂਗੇ, ਇਹਨਾਂ ਨੂੰ ਵੀ ਰੱਖਾਂਗੇ। ਜੇ ਧੱਕਾ ਕਰਨਗੇ ਫਿਰ ਇਹਨਾਂ ਨੂੰ ਦੇਖਾਂਗੇ, ਜੇ ਧੱਕਾ ਕਰਨਗੇ ਗੱਲ ਸੱਚ ਝੂਠ ਦੀ ਹੈ। ਇਹਨੂੰ ਕੋਈ ਖਾਲਿਸਤਾਨ ਦਾ ਮੁੱਦਾ ਨਾ ਬਣਾਓ, ਮੀਡੀਆ ਵਾਲਿਆਂ ਨੂੰ ਵੀ ਅਸੀਂ ਕਹਿੰਦੇ ਆ ਕੋਈ ਖਾਲਿਸਤਾਨ ਦਾ ਮੁੱਦਾ ਨਾ ਬਣਾਓ ਇਹਨੂੰ, ਠੀਕ ਹੈ? ਕਿਸੇ ਰੀਜਨ ਕਿਸੇ ਧਰਮ 'ਚ ਨਾ ਵੰਡੋ ਇਹਨੂੰ, ਇਹ ਕੁਦਰਤ ਦੇ ਬੰਦੇ ਆ ਸਾਰੇ। ਬਾਈ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਉਹ ਸਾਂਝੀਵਾਲਤਾ ਦੇ ਨਾਲ ਮਿਲ ਕੇ ਸਭ ਧਰਮਾਂ ਦੇ ਲੋਕਾਂ ਨੂੰ ਜੋੜਦਾ ਹੈ। ਤੇ ਜਿਹੜਾ ਜਥੇਬੰਦੀਆਂ ਦਾ ਝੰਡਾ ਹੈ ਨਾ, ਮੈਂ ਹੁਣ ਉਹ ਸ਼ਬਦ ਕਹਿਣਾ ਨਹੀਂ ਚਾਹੁੰਦਾ, ਜਿਹੜੇ ਇਹਨਾਂ ਲੋਕਾਂ ਦਾ ਝੰਡਾ ਜਥੇਬੰਦੀਆਂ ਦਾ ਉਹ ਸਿਰਫ ਪ੍ਰਧਾਨ ਦੇ ਨਾਲ ਜੋੜਦਾ ਏ। ਮੈਨੂੰ ਤਾਂ ਲੱਗਦਾ ਤਕਲੀਫ ਇਸ ਗੱਲ ਦੀ ਵੀ ਥੋੜੀ ਜਿਹੀ ਹੋਈ ਵੀ ਹੈ ਵੀ ਯਾਰ ਇਹ ਨਾ ਕਹਿ ਦੇਣ ਵੀ ਮੋਰਚਾ ਸਾਰੇ ਲੋਕਾਂ ਨੇ ਫਤਿਹ ਕਰ ਲਿਆ, ਇਹ ਕਹਿਣ ਵੀ 30 ਜਥੇਬੰਦੀਆਂ ਦੇ ਪ੍ਰਧਾਨਾਂ ਨੇ ਮੋਰਚਾ ਫਤਿਹ ਕਰਵਾਇਆ। ਉਹ ਵੀ ਚਰਚਾ ਚੱਲ ਰਹੀ ਸੀ ਕਿ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਬਲਕਿ ਪਿੱਛੇ ਤੋਂ ਕਿਸੇ ਵੱਲੋਂ ਦਵਾਇਆ ਗਿਆ ਹੈ। ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰਾ ਸੱਚ ਨੂੰ? ਇਹ ਗੱਲ ਬਹੁਤ ਔਖੀ ਆ ਜੇ ਕਹਿਣੀ, ਕਿਉਂਕਿ ਅਜੇ ਤਾਂ ਉਹੀ 30 ਜਥੇਬੰਦੀਆਂ ਦੀ ਜਦੋਂ ਸਾਨੂੰ ਗੱਲਬਾਤ ਹੋਊਗੀ, ਕਿਉਂਕਿ ਤਾਲਮੇਲ ਦੇ ਵਿੱਚ 30 ਜਥੇਬੰਦੀਆਂ ਨੇ ਤੇ ਜਦੋਂ ਇਹ ਜਥੇਬੰਦੀਆਂ 31 ਮਤਲਬ ਜਦੋਂ ਜਥੇਬੰਦੀਆਂ ਦੱਸਣਗੀਆਂ ਵੀ ਅਸੀਂ ਸਾਰੇ ਨੇ ਸਾਂਝੇ ਤੌਰ ਤੇ ਸਾਡਾ ਸੀਗਾ ਵੀ ਹਾਂਜੀ ਰਾਜੇਵਾਲ ਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ, ਉਹਨਾਂ ਨੇ ਆਪਣੇ ਆਪ ਬਿਆਨ ਦੇ ਦਿੱਤਾ, ਫਿਰ ਤਾਂ ਦਬਾਇਆ ਹੋਊਗਾ। ਜੇ ਉਹਨਾਂ ਨੇ ਕਹਿਤਾ ਵੀ ਅਸੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਸੀਗਾ, ਫਿਰ ਮਤਲਬ ਕਿ ਕਿਤੇ ਨਾ ਕਿਤੇ ਕਿਹਾ ਨਹੀਂ ਜਾ ਸਕਦਾ। ਇਸ ਚੀਜ਼ ਦੇ ਨਾਲ ਅਸੀਂ ਸੈਣੀ ਸਾਹਿਬ ਵਿਕਾਊ ਦਾ ਟੈਗ ਨਹੀਂ ਲਾ ਸਕਦੇ। ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਨੇ ਤੇ ਖਾਲਸੇ ਦੀ ਫੌਜ ਨਿਹੰਗ ਸਿੰਘ ਜਥੇਬੰਦੀਆਂ ਵੀ ਸਭ ਤੋਂ ਅੱਗੇ ਜਿਹੜੀਆਂ ਹੈਗੀਆਂ ਬੈਠੀਆਂ ਨੇ ਮੁਕਾਬਲਾ ਕਰਨ ਦੇ ਲਈ। ਅਗਰ ਪੁਲਿਸ ਕੋਈ ਐਸੀ ਵੈਸੀ ਹਰਕਤ ਕਰਦੀ ਹੈ ਤਾਂ ਕਿਸਾਨਾਂ ਦੇ ਨਾਲ ਨਿਹੰਗ ਸਿੰਘ ਵੀ ਡਟੇ ਹੋਏ ਨੇ। ਪਰੰਤੂ ਅੱਜ ਬਲਬੀਰ ਸਿੰਘ ਰਾਜੇਵਾਲ ਦਾ ਇੱਕ ਬਿਆਨ ਆਉਂਦਾ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੱਕ ਨਿਰਾਸ਼ਾ ਜਿਹੜੀ ਹੈਗੀ ਜਾਗ ਪਈ ਹੈ। ਜੋ ਨਿਸ਼ਾਨ ਸਾਹਿਬ ਨੂੰ ਲੈ ਕੇ ਬਲਬੀਰ ਸਿੰਘ ਵੱਲੋਂ ਜਿਹੜਾ ਹੈਗਾ ਇੱਕ ਬਲਬੀਰ ਸਿੰਘ ਰਾਜੇਵਾਲ ਵੱਲੋਂ ਬਿਆਨ ਦਿੱਤਾ ਗਿਆ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਹੀ ਨਿਸ਼ਾਨ ਸਾਹਿਬ ਚਾਹੀਦਾ ਹੈ, ਜਾਂ ਖਾਲਿਸਤਾਨ ਦੇ ਨਾਲ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਨਿਸ਼ਾਨ ਸਾਹਿਬ ਨੂੰ ਉਹਨਾਂ ਨੇ ਉਤਾਰਨ ਦੀ ਗੱਲ ਕੀਤੀ ਆ। ਇਸ ਨੂੰ ਲੈ ਕੇ ਅਸੀਂ ਸੀਨੀਅਰ ਪੱਤਰਕਾਰ ਜਗਦੀਪ ਸਿੰਘ ਥਲੀ ਦੇ ਨਾਲ ਗੱਲ ਕਰਦੇ ਹਾਂ। ਜਗਦੀਪ ਜੀ, ਤੁਸੀਂ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਲੈ ਕੇ, ਜਿਹੜਾ ਬਿਆਨ ਦਿੱਤਾ ਕਿਤੇ ਨਾ ਕਿਤੇ
ਸਿੱਖ ਸੰਸਥਾਵਾਂ ਜਿਹੜੀਆਂ ਹੈਗੀਆਂ ਜਾਂ ਨਿਸ਼ਾਨ ਸਾਹਿਬ ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ, ਉਸ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਰਾਜੇਵਾਲ ਸਾਹਿਬ ਵੱਲੋਂ, ਕਿਵੇਂ ਦੇਖਦੇ ਉਸ ਨੂੰ? ਰਾਜੇਵਾਲ ਸਾਹਿਬ ਨੇ ਜੋ ਬਿਆਨ ਦਿੱਤਾ, ਕਿਉਂਕਿ ਹੁਣ ਤੱਕ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ, ਬਹੁਤ ਵਧੀਆ ਸੰਘਰਸ਼ ਚੱਲਿਆ ਹੋਇਆ, ਪਰ ਇੱਕ ਅਨਾਉਂਸਮੈਂਟ ਅਜਿਹੀ ਕਰ ਦੇਣੀ ਵੀ ਜਿਸ ਦੇ ਨਾਲ ਬਹੁਤ ਵੱਡੀ ਵਿਰੋਧਤਾ ਦਿਖਣੀ ਸੋਸ਼ਲ ਮੀਡੀਆ ਦੇ ਉੱਤੇ। ਤਾਂ ਰਾਜੇਵਾਲ ਸਾਹਿਬ ਨੂੰ ਸ਼ਾਇਦ ਜਾਂ ਤਾਂ ਉਸ ਚੀਜ਼ ਦਾ ਪਤਾ ਨਹੀਂ ਸੀ, ਤੇ ਮੈਂ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਹੁਣ ਤੱਕ ਪ੍ਰਧਾਨ ਮੰਤਰੀ ਨੂੰ ਘੂਰਿਆ ਜਾਂ ਫਿਰ ਜਿੰਨੇ ਵੀ ਹੋਰ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਹੈ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਵੀ ਜਵਾਬ ਦਿੱਤਾ, ਪਰ ਮੈਂ ਪੰਜਾਬੀ ਦੇ ਵਿੱਚ ਸਮਝਾਉਣਾ ਚਾਹੁੰਦਾ ਪਹਿਲਾਂ ਵੀ ਨਿਸ਼ਾਨ ਸਾਹਿਬ ਚੀਜ਼ ਹੈ ਕੀ ਹੈ। ਨਿਸ਼ਾਨ ਸਾਹਿਬ ਦਾ ਮਤਲਬ ਹੈ, ਰਾਜੇਵਾਲ ਸਾਹਿਬ, ਨਿਸ਼ਾਨ ਸਾਹਿਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ, ਸਾਂਝੀਵਾਲਤਾ ਦਾ ਪ੍ਰਤੀਕ ਹੈ। ਤੇ ਨਿਸ਼ਾਨ ਸਾਹਿਬ ਜਿਹੜੇ ਭੁੱਲੇ ਭਟਕੇ ਰਾਹੀ ਨੇ, ਜਿਹੜੇ ਲੋਕ ਰਸਤਾ ਭੁੱਲ ਗਿਆ, ਕੋਈ ਕਿਸੇ ਨੂੰ ਰਾਹ ਕਮਰੇ ਦੀ ਲੋੜ ਹੈ, ਕਿਸੇ ਨੂੰ ਭੋਜਨ ਦੀ ਲੋੜ ਹੈ, ਉਹਨਾਂ ਲੋਕਾਂ ਨੂੰ ਸੁਨੇਹਾ ਦਿੰਦਾ ਵੀ ਹੇ ਭਾਈ, ਮੈਂ ਲੱਗਿਆ ਹੋਇਆ ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਨੇ। ਜੇ ਤੈਨੂੰ ਕਮਰੇ ਦੀ ਲੋੜ ਹੈ ਤਾਂ ਤੂੰ ਇੱਥੇ ਰਹਿ ਸਕਦਾ, ਰਹਿਣ ਦੇ ਲਈ ਵੀ ਇੱਥੇ ਥਾਂ ਹੈਗੀ ਹੈ। ਲੰਗਰ ਪ੍ਰਸ਼ਾਦੇ ਦੀ ਲੋੜ ਹੈ ਭਾਈ, ਤੂੰ ਇੱਥੇ ਆ ਸਕਦਾ। ਤੇ ਇਸੇ ਤਰ੍ਹਾਂ ਹੁਣ ਸਭ ਤੋਂ ਉੱਤੇ ਮੋਰਚੇ ਦੇ ਵਿੱਚ ਨਿਸ਼ਾਨ ਸਾਹਿਬ ਝੂਲ ਰਹੇ ਨੇ, ਤੇ ਉਹ ਪ੍ਰਤੀਕ ਹੈ ਇਸ ਗੱਲ ਦਾ ਵੀ ਹੇ ਭਾਜਪਾ ਵਾਲਿਓ, ਜੇਕਰ ਤੁਹਾਨੂੰ ਵੀ ਲੰਗਰ ਦੀ ਲੋੜ ਹੈ, ਬੇਸ਼ੱਕ ਤੁਸੀਂ ਸਾਡੇ ਦੁਸ਼ਮਣ ਹੋ, ਤੁਸੀਂ ਇੱਥੇ ਆ ਸਕਦੇ ਹੋ। ਜੇ ਹੇ ਪੁਲਿਸ ਵਾਲਿਓ, ਇੰਟੈਲੀਜੈਂਸ ਵਾਲਿਓ, CID ਵਾਲਿਓ, ਤੁਹਾਨੂੰ ਵੀ ਲੋੜ ਹੈ ਤਾਂ ਤੁਸੀਂ ਵੀ ਇੱਥੇ ਆ ਸਕਦੇ ਹੋ, ਤੁਹਾਨੂੰ ਵੀ ਲੰਗਰ ਮਿਲੂਗਾ ਇੱਥੇ। ਇਹ ਸਾਂਝਾ ਮੋਰਚਾ ਹੈ, ਇਹ ਇਸ ਕੌਮ ਦਾ ਮੋਰਚਾ, ਉਹਨਾਂ ਯੋਧਿਆਂ ਸੂਰਬੀਰਾਂ ਦਾ ਮੋਰਚਾ, ਉਹਨਾਂ ਗੁਰੂ ਦੇ ਸਿੱਖਾਂ ਦਾ ਮੋਰਚਾ ਇਹ ਜਿਹੜੇ ਕਦੇ ਭੇਦਭਾਵ ਨਹੀਂ ਕਰਦੇ। ਇਹ ਤਾਂ ਉਹਨਾਂ ਲੋਕਾਂ ਦਾ ਮੋਰਚਾ ਹੈ ਜਿਹੜੇ ਜੇ ਜੰਗ ਹੋਵੇ ਤਾਂ ਦੁਸ਼ਮਣ ਵੀ ਫੱਟੜ ਹੋ ਜਾਂਦਾ, ਫਿਰ ਉਹਦੇ ਵੀ ਮੱਲਣ ਪੱਟੀਆਂ ਕਰਦੇ ਨੇ। ਪਰ ਰਾਜੇਵਾਲ ਸਾਹਿਬ ਸ਼ਾਇਦ ਹੁਣ ਕਿ ਇਸ ਚੀਜ਼ ਨੂੰ ਹੁਣ ਅਸੀਂ ਇਸ ਤਰ੍ਹਾਂ ਲਈਏ ਵੀ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ, ਬੇਸ਼ੱਕ ਤੁਹਾਡਾ ਉਹ ਸੰਦਰਭ ਨਹੀਂ ਹੋਏਗਾ, ਪਰ ਇਸ ਸੰਦਰਭ ਦੇ ਵਿੱਚ ਸੈਣੀ ਸਾਹਿਬ ਇਹ ਗੱਲ ਜਾ ਰਹੀ ਹੈ ਵੀ ਰਾਜੇਵਾਲ ਸਾਹਿਬ ਜਿਵੇਂ ਕੇਂਦਰ ਸਰਕਾਰ ਨੂੰ ਦੱਸ ਰਹੇ ਹੁੰਦੇ ਆ ਬਈ ਇੱਕ ਸਾਡੇ ਇੱਥੇ ਜੀ ਨਿਸ਼ਾਨ ਸਾਹਿਬ ਲੱਗੇ ਹੋਏ ਆ, ਜੇ ਤੁਸੀਂ ਇੱਕ ਸਾਡੀ ਕਮਜ਼ੋਰੀ ਜਾਂ ਕਿਸੇ ਚੀਜ਼ ਨੂੰ ਮੁੱਦਾ ਬਣਾਉਣਾ ਹੋਇਆ ਤਾਂ ਨਿਸ਼ਾਨ ਸਾਹਿਬਾਂ ਨੂੰ ਬਣਾ ਸਕਦੇ ਹੋ। ਜੇਕਰ ਗੱਲ ਤੁਸੀਂ ਕਰਨੀ ਹੈ ਵੀ ਹਾਂ ਖਾਲਿਸਤਾਨੀ ਪਹੁੰਚੇ ਹੋਏ ਨੇ ਤਾਂ ਨਿਹੰਗ ਫੌਜਾਂ ਬਾਰੇ ਤੁਸੀਂ ਕਹਿ ਸਕਦੇ ਹੋ। ਮੈਨੂੰ ਤਾਂ ਇਹ ਲੱਗਦਾ ਵੀ ਯਾਰ ਅਜਿਹੀਆਂ ਅਨਾਉਂਸਮੈਂਟਾਂ, ਫਿਰ ਜਦੋਂ ਅਸੀਂ ਗੱਲ ਪੱਤਰਕਾਰੀ ਦੀ ਬਾਈ ਜੀ ਤੁਸੀਂ ਵੀ ਸਵਾਲ ਕਰੇ ਉਹਨਾਂ ਨੂੰ, ਮੈਂ ਵੀ ਕੀਤੇ, ਜਦੋਂ ਕੋਈ ਨੈਗੇਟਿਵ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨਾ, ਉਹ ਕਹਿੰਦੇ ਹਲੇ ਨਾ ਕਰਿਓ ਬਾਈ, ਮੋਰਚਾ ਫਤਿਹ ਹੋ ਲੈਣ ਦਿਓ ਫਿਰ ਇਹ ਗੱਲ ਕਰਿਓ। ਤੇ ਅਸੀਂ ਵੀ ਇਹੀ ਕਹਿੰਦੇ ਹਾਂ, ਜਾਂ ਫਿਰ ਕਮਰੇ ਦੇ ਵਿੱਚ ਅਸੀਂ ਗੱਲ ਕਰ ਲਿਓ, ਨਿੱਜੀ ਤੌਰ 'ਤੇ ਦੱਸ ਦਾਂਗੇ। ਤੇ ਇਹ ਗੱਲ ਫਿਰ ਰਾਜੇਵਾਲ ਸਾਹਿਬ ਨਿੱਜੀ ਤੌਰ 'ਤੇ ਕਿਉਂ ਨਹੀਂ ਕਹਿ ਸਕਦੇ ਸੀ? ਜਦੋਂ ਰਾਜੇਵਾਲ ਸਾਹਿਬ ਕਹਿ ਰਹੇ ਨੇ ਵੀ ਨਿਹੰਗ ਜਥੇਬੰਦੀਆਂ ਨੂੰ ਇੱਕ ਓਂਕਾਰ ਸਿੰਘ ਜੀ ਜਾਣਦੇ ਨੇ, ਵੀ ਉਹਨਾਂ ਨੂੰ ਮੈਂ ਕਹਿ ਦਿੱਤਾ ਹੋਇਆ, ਉਹ ਉਹਨਾਂ ਨੂੰ ਸੰਦੇਸ਼ ਦੇ ਦਿੱਤਾ ਹੈ। ਫਿਰ ਜਦੋਂ ਸੰਦੇਸ਼ ਦੇ ਦਿੱਤਾ, ਫਿਰ ਇਹ ਮਾਈਕ ਤੋਂ ਗੱਲ ਕਰਨ ਦੀ ਕੀ ਲੋੜ ਸੀ? ਮਾਈਕ ਤੋਂ ਗੱਲ ਕਰਨ ਦਾ ਮਤਲਬ CID ਦੇ ਵੀ ਦਿਮਾਗ ਦੇ ਵਿੱਚ ਪਾਤੀ ਵੀ ਜੇ ਕਿਤੇ ਗੱਲ ਕੋਈ ਚੱਕਣੀ ਹੋਈ ਨਾ ਤਾਂ ਫਿਰ ਤੁਸੀਂ ਨਿਸ਼ਾਨ ਸਾਹਿਬ ਦੀ ਚੱਕ ਸਕਦੇ ਹੋ, ਸਾਡੀ ਕਮਜ਼ੋਰੀ ਇਹਨੂੰ ਕਮਜ਼ੋਰੀ ਬਣਾ ਲਿਓ। ਪਰ ਮੈਂ ਗੱਲ ਟੱਕਰਾਂ ਬਿਲਕੁਲ। ਇਸ ਤੋਂ ਪਹਿਲਾਂ ਅਸੀਂ ਲਗਾਤਾਰ ਕਵਰੇਜ ਕਰ ਰਹੇ ਹਾਂ, ਕੋਈ ਵੀ ਇੱਦਾਂ ਦਾ ਕੇਂਦਰ ਦਾ ਕੋਈ ਬਿਆਨ ਨਹੀਂ ਸੁਣਿਆ ਜਿਹੜਾ ਨਿਸ਼ਾਨ ਸਾਹਿਬ ਨੂੰ ਖਾਲਿਸਤਾਨ ਦੇ ਨਾਲ ਜੋੜਿਆ ਗਿਆ ਹੋਵੇ, ਜਾਂ ਕਿਸੇ ਵੱਲੋਂ ਵੀ ਉੱਥੇ ਐਸੀ ਆਵਾਜ਼ ਨਹੀਂ ਚੁੱਕੀ। ਸਿਰਫ ਰਾਜੇਵਾਲ ਸਾਹਿਬ ਨੇ ਜਿਹੜੀ ਇਹ ਗੱਲ ਚੁੱਕੀ ਆ, ਉਹਨਾਂ ਨੂੰ ਕਿਸੇ ਕੇਂਦਰ ਸਰਕਾਰ ਦੇ ਲੀਡਰ ਨੇ ਉਹਨਾਂ ਨੂੰ ਸਪੈਸ਼ਲ ਫੋਨ ਕਰਕੇ ਕਿਹਾ ਵੀ ਖਾਲਿਸਤਾਨ ਦਾ ਝੰਡਾ, ਜਾਂ ਉਹਨਾਂ ਨੇ ਆਪਣੇ ਮਨ ਤੋਂ ਇਹ ਗੱਲ ਕੀਤੀ? ਇਹ ਮੈਨੂੰ ਲੱਗਦਾ ਹੁਣ ਇਹ ਗੱਲ ਉਦੋਂ ਕਲੀਅਰ ਹੋਊਗੀ ਜਦੋਂ ਅਸੀਂ ਪੱਤਰਕਾਰ ਲੋਕ ਜਿਹੜੀਆਂ 30 ਹੋਰ ਜਥੇਬੰਦੀਆਂ ਤਾਲਮੇਲ ਦੇ ਵਿੱਚ ਨੇ ਉਹਨਾਂ ਨੂੰ ਸਵਾਲ ਕਰਾਂਗੇ ਵੀ ਰਾਜੇਵਾਲ ਸਾਹਿਬ ਇਕੱਲੇ ਬੋਲ ਗਏ, ਕੀ ਤੁਹਾਨੂੰ ਸਾਰਿਆਂ ਨੂੰ ਨਿਸ਼ਾਨ ਸਾਹਿਬ ਤੋਂ ਤਕਲੀਫ ਹੈ? ਰਾਜੇਵਾਲ ਸਾਹਿਬ ਕਹਿੰਦੇ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਉੱਥੇ ਨਿਸ਼ਾਨ ਸਾਹਿਬ ਝੂਲਦੇ ਨੇ, ਉੱਥੇ ਨਿਸ਼ਾਨ ਸਾਹਿਬ ਹੁੰਦੇ ਨੇ। ਪਰ ਮੈਨੂੰ ਇਹ ਦੱਸੋ, ਫੌਜੀਆਂ ਦੀ ਗੱਡੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ, ਸਿੱਖ ਰੈਜੀਮੈਂਟ ਜਦੋਂ ਬਾਕੀਆਂ ਦੇ ਗੋਡਣੀਆਂ ਲੱਗ ਜਾਂਦੀਆਂ ਨਾ ਫੌਜਾਂ ਦੀਆਂ, ਫਿਰ ਸਿੱਖ ਰੈਜੀਮੈਂਟ ਨੂੰ ਬੁਲਾਇਆ ਜਾਂਦਾ, ਫਿਰ ਧੂੜਾਂ ਪੁੱਟਦੇ ਗੁਰੂ ਦੇ ਸਿੰਘ ਨਿਸ਼ਾਨ ਸਾਹਿਬ ਚਲਾਉਂਦੇ ਜਾਂਦੇ ਨੇ, ਜੈਕਾਰੇ ਝੂਲਦੇ, ਜੈਕਾਰੇ ਗਜਾਉਂਦੇ ਜਾਂਦੇ ਨੇ। ਫਿਰ ਰਸਤੇ ਦੇ ਵਿੱਚ ਇਹ ਆਰਮੀ ਕੀ ਇਹ ਉਦੋਂ ਫਿਰ ਪੰਜਾਬ ਨੂੰ ਬਚਾਉਣ ਦੇ ਲਈ ਜਾਂਦੇ ਨੇ। ਚੀਨ ਦੇ ਨਾਲ ਲੜਾਈ ਹੁੰਦੀ ਹੈ ਜਾਂ ਹੋਰ ਬਾਰਡਰ 'ਤੇ ਵੀ ਕਿਸੇ 'ਤੇ ਲੜਾਈ ਹੁੰਦੀ ਹੈ ਤਾਂ ਸਿੱਖ ਰੈਜੀਮੈਂਟ ਮੂਹਰੇ ਹੁੰਦੀ ਹੈ। ਉੱਥੇ ਪੰਜਾਬ ਬਚਾਉਣ ਤਾਂ ਕੇਸਰੀ ਨਿਸ਼ਾਨ ਸਾਹਿਬ ਤਾਂ ਨਹੀਂ ਝੂਲਦੇ, ਦੇਸ਼ ਦੀ ਰਾਖੀ ਦੇ ਲਈ ਜਾਂਦੇ ਨੇ, ਉੱਥੇ ਨਿਸ਼ਾਨ ਸਾਹਿਬ ਝੂਲਦੇ ਨੇ। ਲਾਲ ਕਿਲੇ ਦੇ ਉੱਤੇ ਜਦੋਂ ਨਿਸ਼ਾਨ ਸਾਹਿਬ ਝੂਲਿਆ, ਮੈਂ ਦੱਸ ਦਿਆਂ ਰਾਜੇਵਾਲ ਸਾਹਿਬ, ਤੁਹਾਨੂੰ ਜੇ ਇਤਿਹਾਸ ਨਹੀਂ ਪਤਾ, ਹੋ ਸਕਦਾ ਪਤਾ ਵੀ ਹੋਵੇ, ਜੇ ਤੁਸੀਂ ਨਹੀਂ ਦੱਸ ਰਹੇ ਤਾਂ ਮੈਂ ਲੋਕਾਂ ਨੂੰ ਜਿਹੜੀ ਚੀਜ਼ ਦੱਸਣ ਵਾਲੀ ਉਹ ਕਿਉਂ ਨਹੀਂ ਦੱਸ ਰਹੇ। ਜਦੋਂ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾਇਆ ਸੀ,
ਬਾਬਾ ਬਘੇਲ ਸਿੰਘ ਜੀ ਨੇ ਕਿਹਾ ਸੀ ਦਿੱਲੀਏ ਰਾਜ ਨਹੀਂ ਸੀ ਕਰਨਾ, ਤੇਰੀ ਅੜ ਭੰਨਣੀ ਸੀ। ਹੁਣ ਗੁਰੂ ਦੇ ਸਿੰਘਾਂ ਦੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ, ਇਹ ਨਿਸ਼ਾਨ ਸਾਹਿਬ ਰਾਜ ਕਰਨ ਨੂੰ ਨਹੀਂ ਝੂਲ ਰਹੇ, ਦਿੱਲੀ ਦੀ ਅੜ ਭੰਨਣ ਨੂੰ ਝੂਲ ਰਹੇ ਨੇ। ਸੋ ਅੜ ਭੰਨਣ ਦੇ ਲਈ ਬੈਠੇ ਆ। ਜੇ ਕੋਈ ਇਸ ਗੱਲ ਨੂੰ ਮੁੱਦਾ ਵੀ ਬਣਾਊਗਾ ਨਾ ਵੀ ਨਿਸ਼ਾਨ ਸਾਹਿਬ ਜੀ ਹਾਂਜੀ ਖਾਲਿਸਤਾਨੀ ਆ, ਦੇਖੋ ਜੀ ਰਾਜੇਵਾਲ ਵੀ ਇਹ ਕਹਿ ਰਿਹਾ, ਫਿਰ ਉਹਨੂੰ ਤਰਕ ਦੇ ਨਾਲ ਦਲੀਲ ਦੇ ਨਾਲ ਠੋਕ ਕੇ ਜਵਾਬ ਦੇਵਾਂਗੇ। ਸਾਰੇ ਸਾਡੇ ਕੋਲ ਜਵਾਬ ਹੈਗੇ ਆ ਰਾਜੇਵਾਲ ਸਾਹਿਬ। ਜਿਹੜੀਆਂ ਗੱਲਾਂ ਦੇ ਤੁਹਾਡੇ ਕੋਲ ਸਵਾਲ ਚੁੱਕੇ ਗਏ ਨੇ ਜਾਂ ਤੁਹਾਨੂੰ ਲੱਗਦਾ ਹੈ ਜੇ ਤੁਸੀਂ ਹੁਣ ਮਾਈਕ ਤੋਂ ਹੀ ਕਹਿ ਦਿੱਤਾ, ਫਿਰ ਅਸੀਂ ਮਾਈਕ ਤੋਂ ਹੀ ਜਵਾਬ ਤੁਹਾਨੂੰ ਦੇਵਾਂਗੇ। ਜੇ ਤੁਸੀਂ ਬੰਦ ਕਮਰਾ ਮੀਟਿੰਗ ਕਰਕੇ ਕਰਨੀ ਚਾਹੁੰਦੇ ਹੋ ਵਿਚਾਰ ਕਿਸੇ ਦੇ ਨਾਲ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ, ਫਿਰ ਅਸੀਂ ਬੰਦ ਕਮਰਾ ਮੀਟਿੰਗਾਂ ਦੇ ਲਈ ਵੀ ਤਿਆਰ ਹਾਂ, ਕਿਉਂਕਿ ਸਾਡਾ ਮਕਸਦ ਵੀ ਪੰਜਾਬ ਨੂੰ ਬਚਾਉਣ ਦਾ। ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਸ ਰਹੀਆਂ। ਬਾਈ ਜੀ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਸਾਂਝੀਵਾਲਤਾ ਦਾ ਪ੍ਰਤੀਕ ਹੈ, ਅਤੇ ਉਹ ਸਾਂਝੀਵਾਲਤਾ ਦੇ ਨਾਲ ਮਿਲ ਕੇ ਸਭ ਧਰਮਾਂ ਦੇ ਲੋਕਾਂ ਨੂੰ ਜੋੜਦਾ ਹੈ। ਅਤੇ ਜਿਹੜਾ ਜਥੇਬੰਦੀਆਂ ਦਾ ਝੰਡਾ ਹੈ ਨਾ, ਮੈਂ ਹੁਣ ਉਹ ਸ਼ਬਦ ਕਹਿਣਾ ਨਹੀਂ ਚਾਹੁੰਦਾ, ਜਿਹੜੇ ਇਹਨਾਂ ਲੋਕਾਂ ਦਾ ਝੰਡਾ ਜਥੇਬੰਦੀਆਂ ਦਾ, ਉਹ ਸਿਰਫ ਪ੍ਰਧਾਨ ਦੇ ਨਾਲ ਜੋੜਦਾ ਏ। ਮੈਨੂੰ ਤਾਂ ਲੱਗਦਾ ਤਕਲੀਫ ਇਸ ਗੱਲ ਦੀ ਵੀ ਥੋੜ੍ਹੀ ਜਿਹੀ ਹੋਈ ਵੀ ਹੈ ਵੀ ਯਾਰ ਇਹ ਨਾ ਕਹਿ ਦੇਣ ਵੀ ਮੋਰਚਾ ਸਾਰੇ ਲੋਕਾਂ ਨੇ ਫਤਿਹ ਕਰ ਲਿਆ, ਇਹ ਕਹਿਣ ਵੀ 30 ਜਥੇਬੰਦੀਆਂ ਦੇ ਪ੍ਰਧਾਨਾਂ ਨੇ ਮੋਰਚਾ ਫਤਿਹ ਕਰਵਾਇਆ। ਸਾਰੇ ਲੋਕ ਮਾਣ ਕਰ ਰਹੇ। ਨਿਹੰਗ ਸਿੰਘ ਜਿਹੜੇ ਸਭ ਤੋਂ ਅੱਗੇ ਬੈਠੇ ਆ, ਉਹਨਾਂ ਦਾ ਆਪਾਂ ਤੁਸੀਂ ਇੰਟਰਵਿਊ ਵੀ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਅਸੀਂ ਕੋਈ ਲੜਾਈ ਕਰਨੀ ਆਏ ਇੱਥੇ, ਅਸੀਂ ਵਿਚਕਾਰ ਇਸ ਕਰਕੇ ਬੈਠੇ ਆ ਵੀ ਜੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਜੇ ਸ਼ਰਾਰਤੀ ਕੋਈ ਹੁੱਲੜਬਾਜ਼ ਇਸ ਤਰਫ ਕੋਈ ਗਲਤ ਕੰਮ ਕਰੂਗਾ ਤਾਂ ਅਸੀਂ ਉਹਨਾਂ ਨੂੰ ਵੀ ਰੋਕਾਂਗੇ, ਜੇ ਉਧਰੋਂ ਕੋਈ ਜਿਹੜਾ ਹੈਗਾ ਪੁਲਿਸ ਵੱਲੋਂ ਕੋਈ ਗਲਤ ਕਾਰਵਾਈ ਕੀਤੀ ਤਾਂ ਅਸੀਂ ਉਹਨਾਂ ਨੂੰ ਵੀ ਰੋਕਾਂਗੇ। ਇਸ ਕਰਕੇ ਅਸੀਂ ਵਿਚਕਾਰ ਬੈਠੇ ਹਾਂ। ਫਿਰ ਰਾਜੇਵਾਲ ਸਾਹਿਬ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਇਹ ਪਿੱਛੇ ਹਟ ਜਾਣਾ ਚਾਹੀਦਾ, ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਤੁਸੀਂ? ਬਿਲਕੁਲ, ਪਹਿਲਾਂ ਮੈਂ ਆਪਣੇ ਐਡੀਟਰ ਅਮਨ ਨੂੰ ਵੀ ਕਹਾਂਗਾ, ਅਮਨ ਨੇ ਜ਼ਰੂਰ ਜਿਹੜੀ ਉਹ ਮੈਂ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੀ ਕੁੱਲ ਦੇ ਵਿੱਚੋਂ ਸਿੰਘ ਸੀਗੇ, ਉਹਨਾਂ ਦਾ ਉਹ ਬਿਆਨ ਜ਼ਰੂਰ ਲਗਾਇਓ ਇੱਥੇ ਤੁਸੀਂ, ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਜੇ ਇਹ ਹਿਲਜੁਲ ਕੁਝ ਗਲਤ ਕਰਨਗੇ ਤਾਂ ਗੱਲ ਸੱਚ ਦੀ ਹੈ, ਅਸੀਂ ਉਹੀ ਕਰਾਂਗੇ। ਉਹ ਬਿਆਨ ਜ਼ਰੂਰ ਲਾ ਦਿਓ ਪਹਿਲਾਂ ਇੱਥੇ। ਜੋ ਧਰਮ ਦੀ ਗੱਲ ਹੈ, ਧਰਮ ਦੀ ਗੱਲ ਨਹੀਂ ਹੈਗੀ ਇੱਥੇ, ਗੱਲ ਹੈ ਸੱਚ ਝੂਠ ਦੀ। ਸੱਚ ਝੂਠ ਦਾ ਜੋ ਫੈਸਲਾ ਉਹ ਹੁਣ ਕਿਸਾਨ ਬੰਦੇ ਜਥੇਬੰਦੀਆਂ ਨੇ ਉਹਨਾਂ ਨੇ ਵੇਖਣਾ ਆਪਣਾ। ਸਾਡਾ ਜਿਹੜਾ ਲੱਗਿਆ ਹੋਇਆ, ਅਸੀਂ ਇਸ ਕਰਕੇ ਸਾਡੇ ਉਰੇ ਘੋੜੇ ਲੱਗੇ ਹੋਏ ਆ, ਅਸੀਂ ਇਹਨਾਂ ਨੂੰ ਵੀ ਸ਼ਾਂਤ ਰੱਖਾਂਗੇ, ਇਹਨਾਂ ਨੂੰ ਵੀ ਰੱਖਾਂਗੇ। ਜੇ ਧੱਕਾ ਕਰਨਗੇ ਫਿਰ ਇਹਨਾਂ ਨੂੰ ਦੇਖਾਂਗੇ, ਜੇ ਧੱਕਾ ਕਰਨਗੇ ਗੱਲ ਸੱਚ ਝੂਠ ਦੀ ਹੈ। ਇਹਨੂੰ ਕੋਈ ਖਾਲਿਸਤਾਨ ਦਾ ਮੁੱਦਾ ਨਾ ਬਣਾਓ, ਮੀਡੀਆ ਵਾਲਿਆਂ ਨੂੰ ਵੀ ਅਸੀਂ ਕਹਿੰਦੇ ਆ ਕੋਈ ਖਾਲਿਸਤਾਨ ਦਾ ਮੁੱਦਾ ਨਾ ਬਣਾਓ ਇਹਨੂੰ, ਠੀਕ ਹੈ? ਕਿਸੇ ਰੀਜਨ ਕਿਸੇ ਧਰਮ 'ਚ ਨਾ ਵੰਡੋ ਇਹਨੂੰ, ਇਹ ਕੁਦਰਤ ਦੇ ਬੰਦੇ ਆ ਸਾਰੇ। ਮਹਾਰਾਜ ਕਹਿੰਦੇ ਵੀ ਕੁਝ ਭਲੇ ਲੋਕ ਨੇ ਕੁਝ ਮੰਦੇ ਲੋਕ ਨੇ, ਇਸ ਕਰਕੇ ਵੀ ਸਾਡੀ ਬੇਨਤੀ ਆ ਇਹਨੂੰ ਮਾਹੌਲ ਨੂੰ ਜਿਹੜਾ ਬਿਲਕੁਲ ਸ਼ਾਂਤ ਕੀਤਾ ਜਾਵੇ, ਜੋ ਉਹਨੂੰ ਕਲੀਅਰ ਮੋਦੀ ਨੂੰ ਕਲੀਅਰ ਕਰਕੇ ਪੁੱਛਿਆ ਜਾਵੇ। 1.5 ਦੇ ਵੀ ਕਰਦਾ ਠੀਕ ਆ, ਨਹੀਂ ਦਿੱਲੀ ਨੂੰ ਚੜ ਜਾਣ ਸਾਰੇ। ਤੇ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ? ਨਿਹੰਗ ਜਦੋਂ ਆਪਾਂ ਸੈਣੀ ਸਾਹਿਬ ਗੱਲ ਕਰਦੇ ਹਾਂ, ਜਦੋਂ ਉੱਥੇ ਆਪਾਂ ਸਵਾਲ ਪੁੱਛਦੇ ਹਾਂ ਕਿਸੇ ਕਿਸਾਨ ਆਗੂਆਂ ਨੂੰ ਜਾਂ ਹੋਰ ਵੀ ਨੌਜਵਾਨ ਬਹੁਤ ਜੋਸ਼ ਦੇ ਵਿੱਚ ਆਏ ਨੇ ਬਈ ਬਾਈ ਜੀ ਹੁਣ ਤਾਂ ਪਰਚੇ ਪਾਉਣ ਲੱਗ ਗਏ, ਜੇ ਹਰਿਆਣਾ ਸਰਕਾਰ ਨੇ ਤੁਹਾਡੇ ਤੇ ਪਰਚੇ ਪਾਤੇ, ਦਿੱਲੀ ਦੀ ਪੁਲਿਸ ਨੇ ਪਰਚੇ ਪਾਤੇ, ਕੇਂਦਰ ਦੀ ਸਰਕਾਰ ਨੇ, ਫਿਰ ਕੀ ਕਰੋਗੇ? ਉਹਨਾਂ ਦਾ ਕਹਿਣਾ ਹੈ ਬਾਈ ਜੀ ਸਾਡੇ ਤੇ ਕ੍ਰਿਮੀਨਲ ਪਰਚੇ ਵੀ ਚੱਲ ਰਹੇ ਨੇ, 15-15 18-18, ਅਸੀਂ ਕੋਈ ਪਰਚਿਆਂ ਦੀ ਪਰਵਾਹ ਨਹੀਂ ਕਰਦੇ। ਇਹਦਾ ਮਤਲਬ ਕੱਲ੍ਹ ਨੂੰ ਫਿਰ ਤੁਸੀਂ ਕਹਿ ਦੋਗੇ ਚੱਕ ਕੇ ਵੀ ਉਹ ਬੰਦੇ ਵੀ ਚੱਲ ਜਾਓ ਜਿਨ੍ਹਾਂ ਦੇ ਉੱਤੇ ਪਰਚੇ ਪਏ ਹੋਏ ਨੇ। ਯਾਰ ਪਰਚੇ ਇਸ ਗੱਲ ਦਾ ਸਬੂਤ ਥੋੜ੍ਹੀ ਦਿੰਦੇ ਨੇ ਵੀ ਗੁੰਡਾਗਰਦੀ ਨੇ। ਜੇ ਕਿਸੇ ਨੇ ਗੁੰਡਾਗਰਦੀ ਦਾ ਵੀ ਪਰਚਾ ਤਾਂ ਉਹ ਬੰਦਾ ਵੀ ਅੱਜ ਗੁੰਡਾਗਰਦੀ ਦੇ ਪਰਚੇ ਵਾਲਾ ਵੀ ਉੱਥੇ ਸ਼ਾਂਤ ਬੈਠਾ। ਤੇ ਨਿਹੰਗ ਫੌਜਾਂ ਤਾਂ ਪਹਿਲਾਂ ਹੀ ਕਹਿ ਰਹੀਆਂ ਨੇ ਵੀ ਅਸੀਂ ਪਹਿਲ ਨਹੀਂ ਕਰਾਂਗੇ, ਅਸੀਂ ਦੁਸ਼ਮਣ ਨੂੰ ਭਾਜੀ ਪਾਵਾਂਗੇ, ਉਹ ਭਾਵੇਂ ਇੱਧਰੋਂ ਹੋਵੇ ਭਾਵੇਂ ਉੱਧਰੋਂ ਹੋਵੇ, ਜਿਹੜਾ ਸਾਨੂੰ ਲੱਗਿਆ ਗਲਤ ਹੈ ਅਸੀਂ ਕਾਰਵਾਈ ਕਰਾਂਗੇ। ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਵੀ ਹੁਣ ਸਾਨੂੰ ਫਿਲਹਾਲ ਕੇਂਦਰ ਸਰਕਾਰ ਗਲਤ ਲੱਗ ਰਹੀ ਹੈ ਤੇ ਸਾਨੂੰ ਇਹ ਵੀ ਲੱਗ ਰਿਹਾ ਹੈ ਵੀ ਕੇਂਦਰ ਕੁਛ ਨਾ ਕੁਛ ਹਿਲਜੁਲ ਕਰ ਸਕਦੀ ਹੈ। ਤੇ ਨਿਹੰਗ ਫੌਜਾਂ ਕਹਿੰਦੀਆਂ ਵੀ ਜੇ ਕੇਂਦਰ ਨੇ ਹਿਲਜੁਲ ਕਰਨੀ ਹੋਈ ਨਾ, ਪਹਿਲਾਂ ਸਾਡੇ ਘੋੜੇ ਮਰਨਗੇ, ਅਸੀਂ ਸ਼ਹੀਦ ਹੋਵਾਂਗੇ ਤੇ ਨਾਲ ਵੈਰੀ ਨੂੰ ਵੀ ਭਾਜੀ ਪਾਵਾਂਗੇ ਤੇ ਫਿਰ ਅਸੀਂ ਇੱਥੋਂ ਉੱਠਾਂਗੇ, ਐਵੇਂ ਨਹੀਂ ਉੱਠਦੇ। ਚਰਚਾ ਇਹ ਵੀ ਚੱਲ ਰਹੀ ਹੈ ਵੀ ਕਿਤੇ ਨਾ ਕਿਤੇ ਵੀ ਰਾਜੇਵਾਲ ਸਾਹਿਬ ਤੋਂ ਇਹ ਬਿਆਨ ਦਵਾਇਆ ਗਿਆ ਹੈ। ਵਿੱਚ ਜਦੋਂ ਬਿਆਨ ਆਇਆ ਤਾਂ ਕਈ ਲੋਕ ਜਿਹੜੇ ਹੈਗੇ ਆ ਸਿਆਸੀ ਮਾਹਰ ਆ ਜਾਂ ਕਿਸਾਨ ਜਿਹੜੇ ਹੈਗੇ ਆ ਧਰਨੇ ਦੇ ਵਿੱਚ ਗਏ ਸੀ ਅਸੀਂ, ਉਹ ਵੀ ਚਰਚਾ ਚੱਲ ਰਹੀ ਸੀ ਕਿ ਇਹ ਬਿਆਨ ਉਹਨਾਂ ਨੇ ਦਿੱਤਾ ਨਹੀਂ ਬਲਕਿ ਪਿੱਛੇ ਤੋਂ ਕਿਸੇ ਵੱਲੋਂ ਦਵਾਇਆ ਗਿਆ ਹੈ। ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰਾ ਸੱਚ ਨੂੰ? ਇਹ ਗੱਲ ਬਹੁਤ ਔਖੀ ਆ ਜੇ ਕਹਿਣੀ, ਕਿਉਂਕਿ ਅਜੇ ਤਾਂ ਉਹੀ 30 ਜਥੇਬੰਦੀਆਂ ਦੀ ਜਦੋਂ ਸਾਨੂੰ ਗੱਲਬਾਤ ਹੋਊਗੀ, ਕਿਉਂਕਿ ਤਾਲਮੇਲ ਦੇ ਵਿੱਚ 30 ਜਥੇਬੰਦੀਆਂ ਨੇ ਤੇ ਜਦੋਂ ਇਹ ਜਥੇਬੰਦੀਆਂ 31 ਮਤਲਬ ਜਦੋਂ ਜਥੇਬੰਦੀਆਂ ਦੱਸਣਗੀਆਂ ਵੀ ਅਸੀਂ ਸਾਰੇ ਨੇ ਸਾਂਝੇ ਤੌਰ 'ਤੇ ਸਾਡਾ ਸੀਗਾ
ਵੀ ਹਾਂਜੀ ਰਾਜੇਵਾਲ ਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ, ਉਹਨਾਂ ਨੇ ਆਪਣੇ ਆਪ ਬਿਆਨ ਦੇ ਦਿੱਤਾ, ਫਿਰ ਤਾਂ ਦਬਾਇਆ ਹੋਊਗਾ। ਜੇ ਉਹਨਾਂ ਨੇ ਕਹਿਤਾ ਵੀ ਅਸੀਂ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਸੀਗਾ, ਫਿਰ ਮਤਲਬ ਕਿ ਕਿਤੇ ਨਾ ਕਿਤੇ ਕਿਹਾ ਨਹੀਂ ਜਾ ਸਕਦਾ। ਇਸ ਚੀਜ਼ ਦੇ ਨਾਲ ਅਸੀਂ ਸੈਣੀ ਸਾਹਿਬ ਵਿਕਾਊ ਦਾ ਟੈਗ ਨਹੀਂ ਲਾ ਸਕਦੇ, ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਆ ਵੀ ਰਾਜੇਵਾਲ ਸਾਹਿਬ ਨੇ ਉਹਨਾਂ ਨੂੰ ਇੱਕ ਹਿੰਟ ਦੇ ਦਿੱਤਾ ਵੀ ਯਾਰ ਤੁਸੀਂ ਜੇ ਗੱਲ ਨੈਗੇਟਿਵਿਟੀ ਚੱਕਣੀ ਹੋਈ ਤਾਂ ਇੱਕ ਤਾਂ ਨਿਸ਼ਾਨ ਸਾਹਿਬ ਵਾਲੀ ਚੱਕ ਲਿਓ, ਇੱਕ ਨਿਹੰਗ ਫੌਜਾਂ ਵਾਲੀ ਚੱਕ ਲਿਓ। ਵੀ ਇਹ ਇਸ ਦੇ ਨਾਲ ਜਿਹੜਾ ਇੱਕ ਕਲੂ ਦੇ ਦਿੱਤਾ ਆਪਾਂ ਨੇ ਉਹਨਾਂ ਨੂੰ ਵੀ ਜੇ ਫੜਨਾ ਹੋਇਆ, ਪਰ ਇਹ ਇਸ ਤਰ੍ਹਾਂ ਨਹੀਂ ਹੁੰਦਾ। ਜੋ ਗੱਲ ਕਰਨਗੇ ਵੀ ਬਹੁਤ ਲੋਕ ਨੇ ਜਿਹੜੇ ਅਜੇ ਸੂਝਵਾਨ ਨੇ, ਤੇ ਜਵਾਬ ਅਸੀਂ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ ਦਲੀਲ ਦੇ ਨਾਲ ਦੇ ਸਕਦੇ ਹਾਂ। ਅਸੀਂ ਸਾਰੀ ਗੱਲਬਾਤ ਚਲੋ ਆਪਾਂ ਕੀਤੀ ਹੈ। ਗੱਲ ਇਹ ਆ ਵੀ ਨਿਸ਼ਾਨ ਸਾਹਿਬ ਜਿਹੜਾ ਹੈਗਾ ਖੰਡੇ ਦਾ ਨਿਸ਼ਾਨ ਆ, ਉਹਦੇ ਤੇ ਹਰ ਇੱਕ ਗੁਰਦੁਆਰੇ ਦੇ ਹਰ ਇੱਕ ਗੁਰੂ ਘਰ ਦੇ ਵਿੱਚ ਝੂਲਦਾ ਹੈ। ਉਹਨੂੰ ਖਾਲਿਸਤਾਨ ਦੇ ਨਾਲ ਕਿਸ ਤਰ੍ਹਾਂ ਜੋੜਿਆ ਗਿਆ, ਕਿਉਂਕਿ ਖਾਲਿਸਤਾਨ ਦਾ ਤਾਂ ਉਹ ਹੈ ਹੀ ਨਹੀਂ ਨਿਸ਼ਾਨ ਸਾਹਿਬ। ਖਾਲਿਸਤਾਨ ਦਾ ਤਾਂ ਇੱਕ ਅਲੱਗ ਹੋ ਸਕਦਾ, ਵੱਖਰਾ ਕੋਈ ਬਣ ਸਕਦਾ ਜਾਂ ਹੋਵੇਗਾ, ਪਰ ਉਹ ਨਿਸ਼ਾਨ ਸਾਹਿਬ ਜਿਹੜਾ ਇੱਕ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਝੂਲਦਾ, ਉਸ ਨੂੰ ਖਾਲਿਸਤਾਨ ਦੇ ਨਾਲ ਜੋੜਨਾ ਕਿੰਨਾ ਕੁ ਸਹੀ ਤੁਸੀਂ ਦੇਖਦੇ ਹੋ? ਬਾਈ ਇਹੀ ਤਾਂ ਅਸੀਂ ਸਵਾਲ ਕਰ ਰਹੇ ਹਾਂ ਵੀ ਯਾਰ ਖਾਲਿਸਤਾਨ ਦਾ ਪ੍ਰਤੀਕ ਹੈ ਕੀ ਕੇਸਰੀ ਨਿਸ਼ਾਨ ਸਾਹਿਬ? ਸਾਡੇ ਗੁਰੂਆਂ ਨੇ ਬਖਸ਼ਿਆ ਹੋਇਆ, ਜੋ ਜੰਗਾਂ ਯੁੱਧਾਂ ਦੇ ਵਿੱਚ ਵਰਤੋਂ ਹੁੰਦੀ ਰਹੀ ਹੈ। ਮਿਸਲਾਂ ਦੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਜਾਂ ਹੋਰ ਜਿਹੜੀਆਂ ਵੀ ਮਿਸਲਾਂ, ਬਘੇਲ ਸਿੰਘ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਯਾਰ ਉਹ ਤੇ ਜਾਂਦੇ ਸੀ ਘੋੜਿਆਂ ਦੇ ਉੱਤੇ, ਕਾਠੀਆਂ ਦੇ ਉੱਤੇ ਨਾਲ ਨਿਸ਼ਾਨ ਸਾਹਿਬ ਜਾਂਦੇ ਸੀ, ਤੇ ਉਦੋਂ ਤਾਂ ਕੋਈ ਖਾਲਿਸਤਾਨੀ ਮੰਗ ਨਹੀਂ ਸੀ। ਪੰਜਾਬ ਤੋਂ ਵੀ ਜਿੰਨੇ ਟਰੈਕਟਰ ਟਰਾਲੀਆਂ ਜਾ ਰਹੇ, ਲਗਭਗ ਹਰ ਦੇ ਇੱਕ ਦੇ ਜਿਹੜੇ ਹੈਗੇ 3-3 4-4 ਨਿਸ਼ਾਨ ਸਾਹਿਬ ਲੱਗੇ ਹੋਏ ਆ, ਨਾਲ ਯੂਨੀਅਨ ਦਾ ਝੰਡਾ ਤੇ ਨਾਲ ਨਿਸ਼ਾਨ ਸਾਹਿਬ ਲੱਗੇ ਹੋਏ ਟਰੈਕਟਰ ਟਰਾਲੀ ਜਿੰਨੇ ਜਾ ਰਹੇ ਆ। ਬਾਈ ਜੀ ਮੈਂ ਸਿੱਧੀ ਗੱਲ ਉਹੀ ਕਹਿਣਾ, ਮੈਂ ਇਹ ਜਿਹੜਾ ਨਿਸ਼ਾਨ ਸਾਹਿਬ ਹੈਗਾ ਏ ਉਹ ਜਿਹੜਾ ਜੋੜਦਾ ਏ ਸਾਰੇ ਧਰਮਾਂ ਦੇ ਲੋਕਾਂ ਨੂੰ, ਤੇ ਇਸ ਗੱਲ ਦਾ ਪ੍ਰਤੀਕ ਹੈ ਬਈ ਨਿਸ਼ਾਨ ਸਾਹਿਬ ਲੱਗਿਆ ਹੋਇਆ ਸਾਰੇ ਧਰਮਾਂ ਦੇ ਲੋਕ ਇੱਥੇ ਸਾਂਝੀਵਾਲਤਾ ਤੇ ਜਾਤ ਪਾਤ ਤੋਂ ਉੱਤੇ ਉੱਠ ਕੇ ਇੱਕ ਮੋਰਚਾ ਫਤਿਹ ਕਰਨ ਦੇ ਲਈ ਆਏ ਹੋਏ ਨੇ। ਤੇ ਜਿਹੜਾ ਜਥੇਬੰਦੀਆਂ ਦਾ ਝੰਡਾ ਏ ਉਹ ਪ੍ਰਧਾਨਾਂ ਦੇ ਨਾਲ ਜੋੜਦਾ ਏ। ਤੇ ਹੁਣ ਤੁਸੀਂ ਆਪ ਸੋਚ ਲਓ, ਇੱਕ ਮਨੁੱਖ ਕਦੇ ਇਹ ਕਹੂਗਾ ਵੀ ਜਿਹੜਾ ਕ੍ਰੈਡਿਟ ਗੁਰੂ ਨੂੰ ਮਿਲੇ, ਜਾਂ ਮਨੁੱਖ ਦੀ ਜਿਹੜੀ ਉਹ ਇੱਕ ਮਨੁੱਖ ਦੇ ਦਿਮਾਗੀ ਤੌਰ ਤੇ ਇਸ ਤਰ੍ਹਾਂ ਦੀ ਬਣ ਗਿਆ ਹੋਇਆ ਏ ਵੀ ਉਹਦੀ ਦਿਮਾਗੀ ਸੋਚ ਇਸ ਕਦਰ ਤੱਕ ਬਣੀ ਹੋਈ ਵੀ ਮੈਂ ਆਪਣੇ ਨਾਲ ਹੀ ਜੋੜ ਦੇਵਾਂ ਲੋਕਾਂ ਨੂੰ। ਸੋ ਉਹ ਜਿਹੜਾ ਜਥੇਬੰਦੀਆਂ ਦਾ ਝੰਡਾ ਹੈ ਉਹ ਮਨੁੱਖ ਦੇ ਨਾਲ ਜੋੜਦਾ ਹੈ, ਤੇ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ ਉਹ ਗੁਰੂ ਦੇ ਨਾਲ ਜੋੜਦਾ ਹੈ। ਹੁਣ ਤੁਸੀਂ ਆਪ ਦੇਖ ਲਓ ਵੀ ਇਹ ਬਿਆਨ ਕਿਉਂ ਦਿੱਤਾ ਹੋ ਗਿਆ ਹੋਊਗਾ। ਜਗਦੀਪ ਜੀ, ਤੁਸੀਂ ਵੀ ਲਗਾਤਾਰ ਕਵਰ ਕੀਤਾ ਉੱਥੇ, ਅਸੀਂ ਸਾਰੇ ਧਰਮਾਂ ਦੇ ਉੱਤੇ ਹਰ ਇੱਕ ਧਰਮ ਦੇ ਜਿਹੜੇ ਹੈਗੇ ਆ ਲੋਕ, ਕਿਸਾਨ ਉੱਥੇ ਆਏ ਹੋਏ ਨੇ। ਅਗਰ ਕਿਸੇ ਹੋਰ ਧਰਮ ਦੇ ਲੋਕ ਇਹ ਗੱਲ ਚੁੱਕਦੇ ਤਾਂ ਚਲੋ ਸਮਝ ਆਉਂਦੀ ਵੀ ਹਾਂ, ਉਹ ਲੱਗਦਾ ਕਿ ਉਹਨਾਂ ਨੂੰ ਵੀ ਆਪਣਾ ਧਰਮ ਜਿਹੜਾ ਹੈਗਾ ਪ੍ਰਫੁੱਲਤ ਕਰ ਰਿਹਾ, ਵੀ ਸਾਡੇ ਧਰਮ ਨੂੰ ਪਿੱਛੇ ਰੱਖਿਆ ਜਾ ਰਿਹਾ। ਪਰ ਰਾਜੇਵਾਲ ਸਾਹਿਬ ਖੁਦ ਇੱਕ ਸਿੱਖ ਆ, ਉਹ ਸਿੱਖ ਪਰਿਵਾਰ 'ਚੋਂ ਆ, ਖੁਦ ਗੁਰੂ ਘਰ ਨੂੰ ਮੰਨਦੇ ਆ, ਉਹਨਾਂ ਦੇ ਮੂੰਹੋਂ ਅਜਿਹਾ ਬਿਆਨ ਕਿਵੇਂ ਦੇਖਦੇ ਹੋ? ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਆ, ਪਰ ਮੈਂ ਇਸ ਚੀਜ਼ ਦੇ ਨਾਲ ਮੈਂ ਨਹੀਂ ਮੰਨ ਸਕਦਾ ਵੀ ਇਹ ਸਿੱਖ ਪਰਿਵਾਰ ਨੂੰ ਕਈ ਲੋਕ ਹੁੰਦੇ ਵੀ ਰੱਬ ਦੇ ਵਿੱਚ ਹੋਣ ਦੇ ਵਿੱਚ ਵਿਸ਼ਵਾਸ ਨਹੀਂ ਹੁੰਦਾ। ਹੋ ਸਕਦਾ ਉਹਨਾਂ ਦੀ ਅਜਿਹੀ ਸੋਚ ਹੋਵੇ, ਜਾਂ ਅੱਜ ਕਹਿ ਰਹੇ ਨੇ ਨਿਸ਼ਾਨ ਸਾਹਿਬ ਵਾਲੇ ਚੱਕ ਦੋ, ਜਾਂ ਇਹ ਜਿੱਥੇ ਕੱਲ੍ਹ ਨੂੰ ਕਹਿਣਗੇ ਪੱਗਾਂ ਵਾਲੇ ਵੀ ਚੱਲ ਜਾਓ ਜੀ। ਨਹੀਂ, ਉਹ ਤਾਂ ਖੁਦ ਪੱਗ ਬੰਨ੍ਹਦੇ ਹੋ, ਇਹ ਬਿਆਨ ਕਿਵੇਂ ਦੇ ਸਕਦੇ ਹੋ? ਤਾਂ ਖੁਦ ਸਰਦਾਰ ਆ, ਖੁਦ ਪੱਗ ਬੰਨ੍ਹਦੇ ਆ। ਬਾਈ ਜੀ ਜਦੋਂ ਕੇਸਰੀ ਨਿਸ਼ਾਨ ਸਾਹਿਬ ਦਾ ਬਿਆਨ ਦੇ ਸਕਦੇ ਆ, ਪਰ ਕੁਝ ਵੀ ਦੇ ਸਕਦੇ ਆ। ਗੱਲ ਮੂੰਹ 'ਚ ਪਾਉਣੀ ਹੈ ਤਾਂ ਅਗਲਿਆਂ ਨੂੰ ਇੱਕ ਹਿੰਟ ਹੀ ਦੇਣਾ, ਤੇ ਮਤਲਬ ਕਿ ਬਿਆਨ ਦੀ ਗੱਲ ਹੈ। ਤੇ ਹੁਣ ਮੈਨੂੰ ਦੱਸੋ, ਚਲੋ ਠੀਕ ਹੈ ਮੈਂ ਮੰਨ ਲੈਂਦਾ ਵੀ ਇਹ ਕੇਸਰੀ ਨਿਸ਼ਾਨ ਸਾਹਿਬ ਇਹਨਾਂ ਨੇ ਕਹਿਤਾ ਵੀ ਖਾਲਿਸਤਾਨ ਦਾ ਪ੍ਰਤੀਕ ਹੈ। ਪਾਰਲੀਮੈਂਟ ਤਾਂ ਸਭ ਦੀ ਸਾਂਝੀ ਹੈ ਬਾਈ ਜੀ, ਫਿਰ ਉੱਥੇ ਜਾ ਕੇ ਉਹ ਹਮਨ ਕਿਉਂ ਹੋ ਰਹੇ ਆ? ਫਿਰ ਉੱਥੇ ਅਸੀਂ ਵੀ ਇਸ਼ੂ ਕਰ ਸਕਦੇ ਆ, ਅਸੀਂ ਵੀ ਕਹਿ ਸਕਦੇ ਵੀ ਸਾਡਾ ਅਖੰਡ ਪਾਠ ਕਰਾਓ। ਅਸੀਂ ਸਿੱਖਾਂ ਨੇ ਬੋਲੇ ਨਹੀਂ, ਪਰ ਐਡੀਆਂ ਪਾਰਲੀਮੈਂਟ ਦੇ ਉਹ ਜੋ ਕਰਦੇ ਕਰੀ ਜਾਣ ਦਿਓ, ਤੇ ਅਸੀਂ ਸਾਡੇ ਨਿਸ਼ਾਨ ਸਾਹਿਬ ਵੀ ਚੁਣਨ ਲੱਗ ਗਏ। ਸੋ ਬਿਲਕੁਲ ਇਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈਗਾ ਭਾਈਚਾਰੇ ਦੇ ਵਿੱਚ ਜ਼ਰੂਰ ਰੋਸ ਪਾਇਆ ਜਾ ਰਿਹਾ ਇਸ ਬਿਆਨ ਨੂੰ ਲੈ ਕੇ, ਕਿਉਂਕਿ ਜੋ ਨਿਸ਼ਾਨ ਸਾਹਿਬ ਆ ਉਹ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਆ, ਸਭ ਨੂੰ ਇੱਕ ਥਾਂ ਤੇ ਇਕੱਠੇ ਹੋਣ ਦਾ ਸੰਦੇਸ਼ ਦਿੰਦਾ, ਤੇ ਜੋਸ਼ ਵੀ ਭਰਦਾ ਹੈ ਨੌਜਵਾਨਾਂ ਦੇ ਵਿੱਚ, ਜਿਹੜੇ ਇਸ ਸੰਘਰਸ਼ ਦੇ ਵਿੱਚ ਲੜਾਈ ਲੜ ਰਹੇ ਉਹਨਾਂ ਦੇ ਵਿੱਚ ਜੋਸ਼ ਵੀ ਇੱਕ ਭਰਦਾ ਹੈ। ਤੇ ਰਾਜੇਵਾਲ ਸਾਹਿਬ ਦਾ ਜੋ ਬਿਆਨ ਆਇਆ ਉਸ ਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਇਹ ਅਸੀਂ ਨਹੀਂ ਕਹਿ ਸਕਦੇ, ਪਰੰਤੂ ਇਹ ਬਿਆਨ ਜਿਹੜਾ ਹੈਗਾ ਦੇਣ ਤੋਂ ਪਹਿਲਾਂ ਜ਼ਰੂਰ ਕਿਸਾਨ ਜਥੇਬੰਦੀਆਂ ਦੇ ਨਾਲ ਉਹਨਾਂ ਨੇ ਰਾਏ ਕਰਨੀ ਬਣਦੀ ਸੀ ਉਹਨਾਂ ਦੀ, ਕਿ ਇਹ ਜਿਹੜਾ ਬਿਆਨ ਜਨਤਕ ਤੌਰ ਤੇ ਦਿੱਤਾ ਗਿਆ ਇਸ ਦੇ ਨਾਲ ਕਿੰਨੇ ਕੁ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇਗੀ, ਇਹ ਜ਼ਰੂਰ ਜਿਹੜਾ ਹੈਗਾ ਉਹਨਾਂ ਨੂੰ ਸੋਚਣਾ ਚਾਹੀਦਾ। ਜਿਸ ਤਰ੍ਹਾਂ ਉਹਨਾਂ ਨੇ ਜਨਤਕ ਤੌਰ ਤੇ ਬਿਆਨ ਦਿੱਤਾ, ਕਿਤੇ ਨਾ ਕਿਤੇ ਜ਼ਰੂਰ ਕੇਂਦਰ ਸਰਕਾਰ ਨੂੰ ਇੱਕ ਇਸ਼ਾਰਾ ਵੀ ਗਿਆ ਇਸ ਤੋਂ ਵੀ ਆਹ ਪੁਆਇੰਟ ਜਿਹੜੇ ਹੈਗੇ ਆ ਚੱਕੇ ਜਾ ਸਕਦੇ ਆ, ਜਾਂ ਇਸ ਨੂੰ ਤਾਰ ਪਿੱਡੋ ਕੀਤਾ ਜਾ ਸਕਦਾ। ਇਸ ਦੇ ਨਾਲ ਜਿਹੜਾ ਹੈਗਾ ਕਿਸਾਨ ਜਿਹੜਾ ਸੰਘਰਸ਼ ਠੰਡਾ ਪੈ ਸਕਦਾ। ਤਾਂ
ਹੁਣ ਦੇਖਣਾ ਹੋਵੇਗਾ ਕਿ ਰਾਜੇਵਾਲ ਸਾਹਿਬ ਇਸ ਨੂੰ ਲੈ ਕੇ ਅੱਗੇ ਕੀ ਬਿਆਨ ਦਿੰਦੇ ਨੇ, ਕਿਉਂਕਿ ਉਹਨਾਂ ਦੇ ਇਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਸਮੂਹ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਖਾਸ ਕਰਕੇ ਸਿੱਖ ਸੰਗਤਾਂ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਇਸ ਬਿਆਨ ਦੇ ਨਾਲ। ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜੇਵਾਲ ਸਾਹਿਬ ਇਸ ਮਾਮਲੇ ਨੂੰ ਕਿਵੇਂ ਦੇਖਦੇ ਆ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।